इस तरह हमारे पुराने लोग, हमारे जो पैतृक लोग हैं, वो इस तरह शिव के पूजन के लिए जाया करते थे। ये सिस्टम है, यानी कि झुक के हाँ। ऐसे नीचे झुककर ही अंदर जाना पड़ता था। ये जो जिस तरह के ਅਸੀਂ ਇੱਕ ਲਕਸ਼ ਲੈ ਕੇ ਚੱਲੇ ਸੀ ਵੀ ਗੁਰਦਾਸਪੁਰ ਜ਼ਿਲ੍ਹੇ ਦੇ ਜਿੰਨੇ ਵੀ ਧਾਰਮਿਕ ਸਥਾਨ ਆ ਉਹਨਾਂ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ, ਤੁਹਾਨੂੰ ਘਰ ਬੈਠੇ ਹੀ ਦਰਸ਼ਨ ਕਰਾਵਾਂਗੇ। ਕਿਉਂਕਿ ਦੇਖੋ ਇਹ ਜਿਹੜੀ ਕਰੋਨਾ ਦੀ ਬਿਮਾਰੀ ਚੱਲ ਰਹੀ ਆ, ਇਹਦੇ ਵਿੱਚ ਅਸੀਂ ਬਾਰ-ਬਾਰ ਤੁਹਾਨੂੰ ਅਪੀਲ ਕਰ ਰਹੇ ਹਾਂ ਕਿ ਤੁਸੀਂ ਆਪਣੇ ਘਰਾਂ 'ਚ ਰਹੋ, ਘਰਾਂ ਤੋਂ ਬਾਹਰ ਨਾ ਨਿਕਲੋ। ਸੋ ਗੁਰਦਾਸਪੁਰ ਜ਼ਿਲ੍ਹੇ ਦੇ ਜਿੰਨੇ ਵੀ ਧਾਰਮਿਕ ਸਥਾਨ ਆ ਉਹਨਾਂ ਦੇ ਤੁਹਾਨੂੰ ਅਸੀਂ ਦਰਸ਼ਨ ਜਿਹੜੇ ਘਰ ਬੈਠੇ ਹੀ ਕਰਾ ਰਹੇ ਹਾਂ। ਅਸੀਂ ਇੱਕ ਲਕਸ਼ ਲਿਆ ਸੀ, ਸੋ ਉਸੇ ਲਕਸ਼ ਦੇ ਤਹਿਤ ਅੱਜ ਤੁਹਾਨੂੰ ਅਸੀਂ ਦਰਸ਼ਨ ਕਰਾਉਣ ਆਏ ਹਾਂ ਜੀ ਗੁਰਦਾਸਪੁਰ ਦੇ 11 ਰੁਦਰ ਸ਼ਿਵਾਲੇ ਮੰਦਿਰ 'ਚ। ਇਸ ਮੰਦਿਰ ਦਾ ਨਾਮ ਜੀ ਪਹਿਲਾਂ ਅਸੀਂ ਮੰਦਿਰ ਨੂੰ ਅਸੀਂ ਟੋਪੀ ਵਾਲਾ ਮੰਦਿਰ ਵੀ ਕਹਿੰਦੇ ਸੀ, ਔਰ ਗੁਰਦਾਸਪੁਰ ਦੇ ਹਰਮਨ ਚੌਂਕ ਯਾਨੀ ਕਿ ਗੁਰਦਾਸਪੁਰ ਦੇ ਤਿਬੜੀ ਰੋਡ 'ਤੇ ਮੰਦਿਰ ਸਥਿਤ ਆ 11 ਰੁਦਰ ਸ਼ਿਵਾਲੇ ਮੰਦਿਰ ਜਿਹੜਾ ਜੀ, ਉਹਦੇ ਤੁਹਾਨੂੰ ਦਰਸ਼ਨ ਕਰਾ ਰਹੇ ਹਾਂ। ਬਹੁਤ ਹੀ ਸੁੰਦਰ ਮੰਦਿਰ ਹੈ ਜੀ। ਇਸ ਮੰਦਿਰ ਦਾ ਨਿਰਮਾਣ ਵੀ ਜਿਹੜਾ, ਇਹ ਮੰਦਿਰ ਵੀ ਇਤਿਹਾਸਿਕ ਹੈ ਜੀ, ਔਰ ਇਹਦੇ ਦਰਸ਼ਨ ਕਰਨ ਵਾਲੇ ਆ। ਸੋ ਅਸੀਂ ਸੰਤਾਂ ਨੂੰ ਵੀ ਅਪੀਲ ਕਰਾਂਗੇ ਕਿ ਵੱਧ ਚੜ੍ਹ ਕੇ ਇਸ ਮੰਦਿਰ 'ਚ ਆਓ, ਇਸ ਦਰਬਾਰ ਦੇ ਦਰਸ਼ਨ ਕਰੋ। ਸੋ ਤੁਹਾਨੂੰ ਮੰਦਿਰ ਦੇ ਅੰਦਰ ਲੈ ਕੇ ਚੱਲਦੇ ਹਾਂ। 11 ਰੁਦਰ ਸ਼ਿਵਾਲੇ ਜਿਹੜੇ ਉਹਦੇ ਵੀ ਤੁਹਾਨੂੰ ਦਰਸ਼ਨ ਕਰਾਉਣੇ ਆ, ਔਰ ਅਲੱਗ-ਅਲੱਗ ਜਿਹੜੀਆਂ ਇੱਥੇ ਮੂਰਤੀਆਂ ਸਥਾਪਿਤ ਕੀਤੀਆਂ ਉਹਨਾਂ ਦੇ ਵੀ ਦਰਸ਼ਨ ਕਰਾਵਾਂਗੇ ਤੁਹਾਨੂੰ ਜੀ। ਤਾਂ ਸੋ ਆਓ ਚੱਲਦੇ ਹਾਂ, ਬਾਬਾ ਜੀ ਦੇ ਦਰਸ਼ਨ ਕਰਦੇ ਹਾਂ। ਇਸ ਮੰਦਿਰ ਵਿੱਚ ਮੰਦਿਰ ਦੇ ਐਂਟਰੀ ਕਰਦੇ ਹੀ ਤੁਹਾਨੂੰ ਗਣੇਸ਼ ਭਗਵਾਨ ਜੀ ਦੇ ਦਰਸ਼ਨ ਹੋਣਗੇ। ਗਣੇਸ਼ ਭਗਵਾਨ ਜੀ ਦੀ ਸੁੰਦਰ ਮੂਰਤੀ ਜਿਹੜੀ ਇੱਥੇ ਸਥਾਪਿਤ ਹੈ ਜੀ। ਸੋ ਮੈਂ ਕੈਮਰਾਮੈਨ ਨੂੰ ਕਹਾਂਗਾ ਥੋੜ੍ਹਾ ਕਲੋਜ਼ ਕਰਕੇ ਦਿਖਾਉਣ ਜੀ, ਗਣੇਸ਼ ਭਗਵਾਨ ਜੀ ਦੀ ਮੂਰਤੀ ਦੇ ਦਰਸ਼ਨ ਕਰਾਉਣ। ਬਹੁਤ ਹੀ ਸੁੰਦਰ ਮੂਰਤੀ ਜਿਹੜੀ ਸਥਾਪਿਤ ਹੈ ਜੀ। 11 ਰੁਦਰ ਸ਼ਿਵਾਲਿਆ ਮੰਦਿਰ ਜਿਹੜਾ ਵਾ ਜੀ, ਗੁਰਦਾਸਪੁਰ ਹਨੂੰਮਾਨ ਚੌਂਕ ਤੋਂ ਤਿਬੜੀ ਰੋਡ ਨੂੰ ਜਾਈਏ ਜਦੋਂ, ਉੱਥੇ ਮੰਦਿਰ ਸਥਿਤ ਆ। ਬਹੁਤ ਹੀ ਸੁੰਦਰ ਮੰਦਿਰ ਹੈ ਜੀ। ਇਸ ਗਣੇਸ਼ ਮਹਾਰਾਜ ਦੀ ਮੂਰਤੀ ਤੋਂ ਬਾਅਦ ਸ਼ਨੀ ਧਾਮ ਜਿਹੜਾ ਸਥਿਤ ਵਾ ਜੀ, ਸ਼ਨੀ ਧਾਮ ਤੁਸੀਂ ਦਰਸ਼ਨ ਕਰੋ। ਦੇਖੋ ਘਰ ਬੈਠੇ ਤੁਸੀਂ ਦਰਸ਼ਨ ਕਰੋ ਭਗਵਾਨ ਦੇ, ਘਰ ਬੈਠੇ ਨੂੰ ਦਰਸ਼ਨ ਅਸੀਂ ਕਰਾ ਰਹੇ ਹਾਂ। ਸ਼ਨੀ ਧਾਮ ਤੋਂ ਬਾਅਦ ਅਸੀਂ ਤੁਹਾਨੂੰ ਦਰਸ਼ਨ ਕਰਾਉਣੇ ਜੀ ਕਾਲੀ ਮਾਤਾ ਜੀ ਦੀ ਮੂਰਤੀ ਸਥਾਪਿਤ ਹੈ ਇੱਥੇ। ਸੁੰਦਰ ਮੂਰਤੀ ਸਥਾਪਿਤ ਹੈ। ਮੈਂ ਕੈਮਰਾਮੈਨ ਨੂੰ ਕਹਾਂਗਾ ਕਲੋਜ਼ ਕਰਕੇ ਦਰਸ਼ਨ ਕਰਾਉਣ ਮਾਤਾ ਜੀ ਦੇ। ਦੇਖੋ ਇਹ ਕਾਲੀ ਮਾਤਾ ਜੀ ਦੀ ਮੂਰਤੀ ਸਥਾਪਿਤ ਹੈ ਜੀ। ਬਹੁਤ ਹੀ ਸੁੰਦਰ ਮੂਰਤੀ। ਕਾਲੀ ਮਾਤਾ ਜੀ ਦੇ ਦਰਸ਼ਨ ਤੋਂ ਬਾਅਦ ਨਾਲ ਹੀ ਮਹਾਵੀਰ ਬਜਰੰਗਬਲੀ जी की मूर्ति स्थापित है जी। हाँ, जय श्री राम। ये हनुमान जी का विशेषता है। ये सिंदूरी हनुमान जी स्थापना की गई है, बड़ा ही प्राचीन मंदिर है। तो इनका विशेषता है कि जिस प्रकार हनुमान जी अपने अंग में सिंदूर भस्म की तरह लेपन किए थे, तो सीता माँ से हनुमान जी पूछा कि माता जी आप ये सिंदूर जो लगाती हैं वो क्यों? कहते कि ये भगवान श्री राम जी को प्रसन्न होने के लिए हमने ये सिंदूर लगाना अनिवार्य समझती हूँ। कह रहे कि आपने इतना सिंदूर लगाए तो बड़ा ही प्रसन्न हुए भगवान श्री राम। आज मैं पूरा बदन सिंदूर लगा के खड़ा हूँ। तो भगवान जी पूछ रहे हैं कि हनुमान जी आपने ये क्या किया? तो वही ये अद्भुत रूप उनका है। महावीर बजरंगबली की मूर्ति के नाल बिल्कुल देखो शिवलिंग स्थापित ने। मैं कैमरामैन को कहूँगा थोड़ा इधर भी क्लोज करके दसो। पर जी शिवलिंग भी थोड़ा दसो सानू। ये पारे का शिवलिंग है। इसमें यथाशक्ति भक्तिपूर्वक जो कोई व्यक्ति, जो कोई भक्त इनकी पूर्ण अपने मनोकामना पूर्ण वास्ते इसमें अभिषेक, रुद्राभिषेक करते हैं। तो ये महंत श्री पूरनगिरी द्वारा वचन देने के बाद ही यहाँ पे पूजन किया जाता है, विशिष्ट पूजन किया जाता है। खास करके महंत जी पूजन करते हैं या पुजारी को आदेश है। विशिष्ट पूजन करने के लिए आज्ञा की आवश्यकता होती है, और निश्चय ही इनको रुद्राभिषेक द्वारा पूजन करके तो उनका मनोकामना अवश्य ही पूर्ण होती है। इनका विशेषता पारे शिवलिंग का यही है। बिल्कुल बिल्कुल जी। और इस तो बाद असीं तुहानूं 11 रुद्र शिवाले ਜਿਹੜੇ ਉਹਦੇ ਵੀ ਦਰਸ਼ਨ ਕਰਾਵਾਂਗੇ, ਔਰ ਬਾਬਾ ਜੀ ਦੇ ਧੂਣੇ ਦੇ ਵੀ ਦਰਸ਼ਨ ਕਰਾਵਾਂਗੇ। ਹੋਰ ਵੀ ਮੂਰਤੀਆਂ ਤੇ ਸਥਾਪਿਤ ਨੇ ਉਹ ਵੀ ਤੁਹਾਨੂੰ ਰੂਬਰੂ ਕਰਾਣੇ ਦਰਸ਼ਨ ਕਰਾਉਣੇ ਆ। ਬਿਲਕੁਲ ਦੇਖੋ ਬਾਹਰ ਜਿਹੜਾ ਵਾ ਮੇਨ ਦੀਵਾਰ ਤੇ ਜਿਹੜਾ ਵਾ ਇਹ ਮਹਾਵੀਰ ਬਜਰੰਗਬਲੀ ਦੀ ਮੂਰਤੀ ਸਥਾਪਿਤ ਆ। ਉਹਦੇ ਨਾਲ ਹੀ ਬਿਲਕੁਲ ਨਾਰਦ ਜੀ ਦੀ ਆ। और इस तो बाद ਅਸੀਂ ਤੁਹਾਨੂੰ 11 रुद्र शिवाले ਜਿਹੜੇ ਉਹਦੇ ਦਰਸ਼ਨ ਕਰਾਉਣੇ ਆ ਜੀ। ਔਰ ਪੰਡਿਤ ਜੀ ਤੋਂ ਜਾਣਦੇ ਆ ਵੀ ਇਹਦਾ ਕੀ ਇਤਿਹਾਸ ਹੈ, ਕੀ ਬੈਕਗਰਾਉਂਡ ਇਹਦੀ ਜੀ। ਇਹਦੇ ਬਿਲਕੁਲ ਨਾਲ ਦੇਖੋ ਜੀ ਹਵਨ ਕੁੰਡ ਵੀ ਹੈਗਾ ਇੱਥੇ। ਉਹ गणेश भगवान जी ਦੀ ਮੂਰਤੀ ਵੀ ਸਥਾਪਿਤ ਆ। ਪੰਡਿਤ ਜੀ ਥੋੜਾ ਦੱਸੋਗੇ हवन कुंड वालों भी? हाँ जी, ये हवन कुंड जो सार्वजनिक महाराज जी ने, संत महाराज श्री पूरनगिरी महाराज जी ने रखा है कि जो विशिष्ट लोग बाहर से आते हैं, जैसे विवाह, कोई यज्ञ अनुष्ठान किया जाता है, तो उनका जो है पूर्णाहुति और हवन इसमें ही किया जाता है, यहीं पे किया जाता है, और उनकी सारी मनोकामना पूर्ण होती है। यहाँ पे पूजा पाठ इत्यादि इस जगह विवाह सारे यहाँ पे किया जाता है जी। इसके साथ ही हाँ, इसके साथ प्रथम पूज्य हमारे रिद्धि सिद्धि गणेश भगवान का मूर्ति सामने देख रहे हैं जी। तो इनका ही भी बड़ा ही कृपा है। भगवान भोले भंडारी कहते हैं कि आप जितने मालाएं कर लो, जितने बेलपत्री आग धतूरे बांग चढ़ा लो,
पूजा तभी स्वीकार होगी कि सर्वप्रथम भगवान गणेश जी का आप पूजन करेंगे जी। तो मैं प्रसन्न होऊंगा, तो आपका सारा मनोकामना पूर्ण होगी। विशाल 11 रुद्र शिवालय मंदिर ਦੇ ਤੁਹਾਨੂੰ ਦਰਸ਼ਨ ਕਰਾ ਰਹੇ ਹਾਂ ਔਰ ਅੱਜ ਤੁਹਾਨੂੰ ਅਸੀਂ ਇੱਥੋਂ ਜਿਹੜਾ ਕਿ ਸ਼ਿਵਲਿੰਗ ਜਿਹੜਾ ਸਥਾਪਿਤ ਹੈ ਜੀ, ਇਤਿਹਾਸਿਕ ਸ਼ਿਵਲਿੰਗ ਸਥਾਪਿਤ ਜਿਹੜਾ ਵਾ ਉਹਦੇ ਵੀ ਦਰਸ਼ਨ ਕਰਾਵਾਂਗੇ, ਕਿਉਂਕਿ ਇਹ ਪ੍ਰਾਚੀਨ ਜਿਹੜਾ ਸ਼ਿਵਲਿੰਗ ਹੈ ਇੱਥੇ ਸ਼ਾਇਦ ਤੁਸੀਂ ਇਸ ਮੰਦਿਰ 'ਚ ਆਏ ਹੋਵੋਗੇ ਪਰ ਇਸ ਸ਼ਿਵਲਿੰਗ ਦੇ ਤੁਸੀਂ ਦਰਸ਼ਨ ਨਹੀਂ ਕੀਤੇ ਹੋਵੋਗੇ, ਇੱਥੋਂ ਤੁਸੀਂ ਵਾਂਝੇ ਰਹਿ ਗਏ ਹੋਵੋਗੇ। ਅੱਜ ਅਸੀਂ ਤੁਹਾਨੂੰ ਇਹ ਜਿਹੜੀ ਆ ਤਸਵੀਰ ਦਿਖਾਵਾਂਗੇ, ਇਹ ਭਗਵਾਨ ਭੋਲੇ ਸ਼ੰਕਰ ਜੀ ਦੇ ਦਰਸ਼ਨ ਕਰਾਵਾਂਗੇ। ਬਹੁਤ ਹੀ ਸੁੰਦਰ ਔਰ ਇਤਿਹਾਸਿਕ ਸ਼ਿਵਲਿੰਗ ਹੈ ਜੀ। ਮੈਂ ਕੈਮਰਾਮੈਨ ਨੂੰ ਕਹਾਂਗਾ ਵੀ ਕਲੋਜ਼ ਕਰਕੇ ਦੱਸਣ। ਇਹ ਸਭ ਤੋਂ ਪੁਰਾਣੇ ਔਰ ਇਤਿਹਾਸਿਕ ਸ਼ਿਵਲਿੰਗ ਜਿਹੜਾ ਇੱਥੇ ਸਥਾਪਿਤ ਹੈ ਜੀ, ਉਹਦੇ ਤੁਹਾਨੂੰ ਅਸੀਂ ਦਰਸ਼ਨ ਕਰਾ ਰਹੇ ਹਾਂ। ਘਰ ਬੈਠੇ ਤੁਸੀਂ ਦਰਸ਼ਨ ਕਰੋ ਭਗਵਾਨ ਭੋਲੇਨਾਥ ਦੇ। हाँ जी। ये जो हमारा प्राचीन व्यवस्था जो होती है शिव जी का पूजन के लिए, इस तरह हमारे पुराने लोग, हमारे जो पैतृक लोग हैं, वो इस तरह शिव के पूजन के लिए जाया करते थे। ये सिस्टम है, यानी कि झुक के हाँ। ऐसे नीचे झुककर ही अंदर जाना पड़ता था। ये जो ऐतिहासिक जो पुराने मंदिर हमारे हैं उनमें झुककर ही अंदर जाना पड़ता था। और क्या कह रहे पड़ जी आप? हाँ, ये झुक के आने का, और इसमें इस शिवलिंग का मैं लगभग इतना प्राचीन है, जो सबसे पहले इस स्थान में गुरदासपुर 11 रुद्र शिवाला मंदिर में सबसे पहले जो महर्षि संत आए को उन्होंने इस शिवलिंग का स्थापना किया था। और उस समय आप जितने भी दृश्य, जितने भी देवी देवताओं का दृश्य देखेंगे तो उस वक्त वो सारे कोई भी देवी देवता यहाँ पे स्थापना नहीं थी, तब का शिवलिंग ये स्थापना किया हुआ है। यानी कम से कम 100 वर्ष तो लगभग हो चुका है इस शिवलिंग को स्थापना किया हुआ। सबसे पुराना जी, सबसे पुराना प्राचीन बस यही एक शिव मंदिर था, जिससे इनकी कृपा से आज चारों तरफ सारे देवी देवताओं का वास हो चुका है। और सबका सेवा पूजा पाठ प्रत्येक दिन भक्तों द्वारा आरती भोग समय से और हवन सामग्री, हवन पूजा पाठ प्रत्येक दिन होती रहती है। बस सिर्फ इस भोले भंडारी की कृपा से जो हमारा प्राचीन क्या कहते हैं उनको, जो विधि जो नियम जो है हमारे बुजुर्गों का, वो इस तरह भगवान ने सिखाया कि शिव के दरबार जब भी जाओ तो झुक के जाओ, तो सारा कुछ झोलियाँ भर के लेके आओ और मग्न हो जाओ। भोले भंडारी जिस तरह मग्न होते हैं। ओम शिवाय, ओम नमः शिवाय, ओम नमः शिवाय। शनि शिला स्थापना की गई है, ये भी संतों द्वारा ही की गई है। खास करके ये शिला अति उत्तम होता है जो पीपल के वृक्ष के नीचे अगर हो इस तरह का शनि शिला, तो वो बड़ा ही पुण्यकारी, और ख़ास करके शनिवार के दिन, शनि महाराज के दिन इनका पूजन बड़ा ही फलकारक होता है और सभी का मनोकामना पूर्ण होता है इस पूजन को करने से, केवल शनिवार के दिन पूजन करने से। देखो ये पंडित जी पेड़ जरा कौन सा? हाँ, ये बेलपत्री का, बेलपत्री जो शिव जी को चढ़ाते हैं, हम पूजन करते हैं। जी। तो सिर्फ स्पर्श मात्र से, सिर्फ छूने से हमारा जो है पाप नष्ट हो जाता है। तो समझ सकते हैं कि इसको चढ़ाने से भगवान भोले भंडारी कितना प्रसन्न होते होंगे, ये शब्दों में बयान नहीं कर सकते, बता नहीं सकते। और ये रुद्राक्ष जो शिव जी का मालाएं होते हैं, ये अनंत हैं, अगोचर हैं, अविनाशी हैं शिव जी। जिस तरह उसी तरह ये रुद्राक्ष हमारे महर्षि जो पहले संत रहा करते थे, उन्होंने ये वृक्ष लगा के गए हैं। वाह जी वाह। तो बड़ा ही टाइम लगता है इस बूटे को धीरे धीरे बड़े होने में। तो ये आप समझ सकते हैं कि ये बूटे जो है लगभग जो है 60-70 साल का हुआ है अब। वाह जी वाह। अब 60-70 साल का हुआ है। बहुत ही सुंदर है जी। और सुंदर दृश्य देखने वाले इतने जी, बहुत ही वधिया प्यारे है। और तुहानूं हुण दिखाने आप दर्शन कराने हैं जी नाग देवता का मंदिर भी स्थित है इतने जी, वो भी दर्शन तुहानूं कराने हैं। बाहर की तरफ पीछे नहीं आए ना, ये पेड़ जो है बूटे, ये टोपी वाला बाबा जी के टाइम से, ये अंदर से बाहर को इसको एक डाल कोई कर काट के देख ले, नहीं काट सकता, हो जाते हैं ये। बिल्कुल ठीक है, ये हाजिर हो जाते हैं प्रगट, बिल्कुल सच्चाई उन्होंने बड़ा ही मतलब की है। इस सुंदर मंदिर में ਜਿਹੜਾ ਵਾ ਨਾਗ ਦੇਵਤਾ ਦਾ ਮੰਦਿਰ ਵੀ ਸਥਿਤ ਹੈ ਜੀ, ਉਹਨਾਂ ਦੀ ਜਗ੍ਹਾ ਇੱਥੇ ਸਥਿਤ ਹੈ। ਔਰ ਵਾਕਈ ਇੱਥੇ ਆ ਕੇ ਪਤਾ ਲੱਗਦਾ ਵਾ ਜੀ, ਤੁਸੀਂ ਇੱਥੇ ਆਓਗੇ ਫਿਰ ਹੀ ਪਤਾ ਲੱਗੇਗਾ। ਸਾਡੇ ਕੋਲ ਸ਼ਬਦ ਨਹੀਂ ਹੈਗੇ, ਅਸੀਂ ਸ਼ਬਦਾਂ ਨਾਲ ਬਿਆਨ ਨਹੀਂ ਕਰ ਸਕਦੇ। ਉਹ ਤੁਹਾਨੂੰ ਮੈਂ ਦਰਬਾਰ ਦੇ ਦਰਸ਼ਨ ਕਰਾਉਣਾ ਵਾ, ਨਾਗ ਦੇਵਤਾ ਜੀ ਦੇ ਦਰਬਾਰ ਦੇ ਦਰਸ਼ਨ ਕਰਾਉਣਾ ਵਾ ਜੀ। ਇਹ ਨਾਗ ਦੇਵਤਾ ਦੇ ਦਰਬਾਰ ਤੁਹਾਨੂੰ ਦਰਸ਼ਨ ਕਰਾ ਰਹੇ ਹਾਂ ਜੀ, ਸੁੰਦਰ ਦਰਬਾਰ ਦੇ। ਮੈਂ ਸ਼ਾਇਦ ਤੁਸੀਂ ਗੁਰਦਾਸਪੁਰ 'ਚ ਰਹਿੰਦੇ ਹੋ, ਪਰ ਤੁਸੀਂ ਗੁਰਦਾਸਪੁਰ 'ਚ
ਜਿਹੜਾ ਇਹ ਮੰਦਿਰ ਆ 11 ਰੁਦਰ शिवालय, ਇਸ ਮੰਦਿਰ ਵਿੱਚ ਤੁਸੀਂ ਇਸ ਸਥਾਨ ਦੇ ਦਰਸ਼ਨ ਨਹੀਂ ਕਦੇ ਕੀਤੇ ਹੋਣਗੇ ਜਿਹੜੇ ਅਸੀਂ ਤੁਹਾਨੂੰ ਅੱਜ ਕਰਾ ਰਹੇ ਹਾਂ ਜੀ, क्योंकि इस स्थान बारे बहुत घੱਟ लोगों को जानकारी है। हाँ, ये नाग का जो संत महर्षि यहाँ पे रहते थे, तो हमें ये चीज़ पता लगा कि उन्होंने बड़ा ही इनका पूजा पाठ करके और इनको बोला गया कि आप बड़ा ही अद्भुत लीलाकारी हैं, जो हमें आपने दर्शन दे करके धन्य किया है। तो ये धरती आपका है, परंतु हमने आपसे एक वचन लेनी है। वो वचन ये है कि इस जगह तो आपका है, इसमें कोई दो राय नहीं है, परंतु यहाँ पे आप रहेंगे, लेकिन कुछ व्यक्ति विशेष को ही आप दर्शन देंगे जो व्यक्ति उस लायक हो, अन्यथा आप दर्शन न दें। ये संतों ने उनसे वचनबद्ध की हुई है। विशिष्ट रूप से ये पेड़ जो है जी, जो इनको स्थान दिया गया, तो संतों को स्वप्न में दिया कि ये बूटे जो बीच लगे हैं ना, इनके बीच अगर आपने कुछ बनाना भी तो इस बूटे को कभी काटना नहीं जी। तो जो भी व्यक्ति इस पेड़ को जी अनजाने में अगर कोई हाथ लगाते हैं तो उनकी तो कोई बात नहीं है, अगर जानबूझ करके इनकी एक टहनी भी काटते हैं, उनको साक्षात नाग देवता सामने प्रत्यक्ष प्रमाण उनको देते हैं कि मैं इधर ही हूँ। वो प्रकट हो जाते हैं सामने नाग देवता। अगर काटता है कोई तो हाँ, अगर इस पेड़ को काटते हैं तो जी। हाँ, प्रत्यक्ष भगवान नाग देवता उधर प्रमाण मतलब वो दिखाते हैं कि मैं इधर ही हूँ, आप इधर नहीं काटना कुछ। नाग देवता जी ਦੇ ਤੁਹਾਨੂੰ ਦਰਬਾਰ ਦੇ ਦਰਸ਼ਨ ਕਰਾ ਰਹੇ ਸੀ, ਔਰ ਇੱਥੇ ਡੇਲੀ ਰੋਜ਼ਾਨਾ ਦੇਖੋ ਜੀ ਨਾਗ ਦੇਵਤਾ ਦੀ ਰੱਸੀ ਜਿਹੜੀ ਕੱਚੀ ਰੱਸੀ ਆ ਉਹਨਾਂ ਸੇ ਇੱਥੇ ਚੜਾਈ ਜਾਂਦੀ ਆ, ਉਹਨਾਂ ਨੂੰ ਜਿਹੜਾ ਇੱਥੇ ਭੋਗ ਵੀ ਲਗਾਇਆ ਜਾਂਦਾ ਵਾ। ਬਹੁਤ ਹੀ ਸੁੰਦਰ ਔਰ ਪਵਿੱਤਰ ਮੰਦਿਰ ਹੈ ਜੀ। ਔਰ ਮੈਂ ਤੁਹਾਨੂੰ ਅੱਗੇ ਵੀ ਕਿਹਾ ਵਾ ਵੀ ਤੁਸੀਂ ਆਪਣੇ ਘਰਾਂ 'ਚ ਰਹੋ, ਸਾਡੀ ਇਹ ਡਿਊਟੀ ਲੱਗੀ ਆ ਵੀ ਅਸੀਂ ਤੁਹਾਨੂੰ ਘਰ ਬੈਠੇ ਆਪਣੇ ਗੁਰਦਾਸਪੁਰ ਜ਼ਿਲ੍ਹੇ ਦੇ ਜਿੰਨੇ ਵੀ ਇਤਿਹਾਸਿਕ ਮੰਦਿਰ ਆ ਉਹਨਾਂ ਦੇ ਦਰਸ਼ਨ ਕਰਾਈਏ। ਸੋ ਅਸੀਂ ਕਰਾ ਵੀ ਰਹੇ ਹਾਂ, ਇਸ ਲਕਸ਼ ਲੈ ਕੇ ਚੱਲੇ ਸੀ, ਉਸ ਲਕਸ਼ ਦੇ ਤਹਿਤ ਤੁਹਾਨੂੰ ਕਰਾ ਰਹੇ ਦਰਸ਼ਨ। ਸੋ ਹੁਣ ਤੁਹਾਨੂੰ ਅਸੀਂ 11 ਰੁਦਰ शिवालय ਜਿਹੜਾ ਇਹ ਮੰਦਿਰ ਦਾ ਨਾਮ ਆ ਜਿਸ ਦਰਬਾਰ ਤੋਂ, ਉਸ ਦਰਬਾਰ ਦੇ ਤੁਹਾਨੂੰ ਦਰਸ਼ਨ ਕਰਾਉਣੇ ਆ। 11 ਰੁਦਰ शिवालय ਦਰਬਾਰ ਦੇ ਦਰਸ਼ਨ ਤੁਹਾਨੂੰ ਕਰਾਉਣੇ ਆ। ਬਹੁਤ ਹੀ ਸੁੰਦਰ ਦਰਬਾਰ ਹੈ ਜੀ, ਔਰ ਹਰੇਕ ਇਨਸਾਨ ਦੀ ਇੱਥੇ ਮਨੋਕਾਮਨਾ ਪੂਰਨ ਹੁੰਦੀ ਹੈ। ਤਾਂ ਆਓ ਚਲੀਏ ਸ਼੍ਰੀ 11 ਰੁਦਰ दरबार 'ਚ ਜੀ। जो हमारे टोपी वाला बाबा जी महाराज जी थे वो अब क्षमा चुके हैं, तो अभी वर्तमान समय में पूरनगिरी महाराज जी हैं इधर महंत। तो ये प्राचीन जो आज से 100 साल पूर्व ही यहाँ पे अग्नि चेतन किया गया। ਹੁਣ ਅਸੀਂ ਇਸ ਮੰਦਿਰ ਦੇ ਮੇਨ ਸਥਾਨ ਤੇ ਆਏ ਹਾਂ ਜੀ। 11 ਰੁਦਰ शिवालय ਦੇ ਦਰਸ਼ਨ ਤੁਹਾਨੂੰ ਕਰਾ ਰਹੇ ਹਾਂ, ਜਿਸ ਨਾਮ ਤੇ ਜਿਹੜਾ ਮੰਦਿਰ ਸਥਾਪਿਤ ਆ। ਬੜਾ ਹੀ ਪਵਿੱਤਰ ਸਥਾਨ ਆ ਭਾਜੀ ਇਹ। ਇੱਥੇ ਹਰੇਕ ਵਿਅਕਤੀ ਦੀ ਮਨੋਕਾਮਨਾ ਪੂਰਨ ਹੁੰਦੀ ਹੈ ਜੀ। ਖਾਲੀ ਹੱਥ ਬੰਦਾ ਹੁੰਦਾ ਵਾ ਔਰ ਝੋਲੀਆਂ ਭਰ ਕੇ ਜਾਂਦਾ ਵਾ ਜੀ। ਬੜੀ ਭੋਲੇਨਾਥ ਦੀ ਕਿਰਪਾ ਵਾ। ਮੈਂ ਕੈਮਰਾਮੈਨ ਨੂੰ ਕਹਾਂਗਾ ਥੋੜਾ ਕਲੋਜ਼ ਕਰਕੇ ਦੱਸਣ ਪਰ ਜੀ ਕੀ ਇਤਿਹਾਸ ਹੈ ਇਹਦਾ ਜੀ। ये 11 रुद्र शिवाला 11वां अवतार भगवान भोले भंडारी शिव जी का। इस तरह बड़ा ही कृपा उस संत महर्षि महापुरुषों का जिन्होंने ये 11 रुद्र शिवाला मंदिर, ये शिवलिंग ज्योतिर्लिंग का स्थापना करवाया। उनका बहुत बहुत आभारी हैं हम सब। जो इस तरह का बड़ा ही दुर्लभ होता है इस मनुष्य में, खास करके इस कलयुग में इस तरह का शिवलिंग हमें दर्शन होना, इनका पूजन पाठ करना, रुद्राभिषेक करना विशेष कार्य से इस पूजन का विधि का नियम का आधार बन करके भगवान भोले भंडारी हमारे महर्षि यहाँ पे पधारे हुए हैं, जिसके द्वारा हम लोग प्रत्येक दिन लाभान्वित होते हैं और आनंद हो करके अपने झोलियों में भर के ले जाते हैं। इस भोले भंडारी का अद्भुत चमत्कार लीला है। मैं खुद प्रमोद शास्त्री, इस मंदिर का पुजारी, आज 5 वर्ष इधर हुआ है, लेकिन मैं इन भोले भंडारी का कृपा खुद अपने शब्दों से बयां नहीं कर सकता। इन्होंने जो लीला की है 5 साल में, मैं आज तक ये कभी सोचा नहीं था कि इनका इतनी कृपा होती है, इतनी कृपा होती है। हम तो लोगों को बताते हैं टेबे टिपने दे करके, परंतु मुझे भी ये विश्वास नहीं होता था अंदर से कि सच में भगवान इस तरह भी देते हैं। तो ये बड़ा कृपा है। ਬਿਲਕੁਲ ਸਹੀ ਕਿਹਾ ਪੰਡਿਤ ਜੀ ਨੇ। ਇਹ ਸੱਚਾਈ ਹੈ ਜੀ। ਇੱਥੇ ਇਸ ਸੱਚਾਈ ਦਾ ਪਤਾ ਲੱਗਦਾ ਇੱਥੇ ਆ ਕੇ। ਔਰ ਇੱਥੇ ਸਾਡੇ ਕੋਲ ਸ਼ਬਦ ਨਹੀਂ ਹੈਗੇ, ਸਾਡੇ ਕੋਲ ਸ਼ਬਦ ਨਹੀਂ ਅਸੀਂ ਬਿਆਨ ਕਰ ਸਕਦੇ, ਕਿਉਂਕਿ ਭੋਲੇਨਾਥ ਦੀ ਇੰਨੀ ਕਿਰਪਾ ਜੀ, ਅਪਾਰ ਕਿਰਪਾ ਇੱਥੇ ਜੀ। ਸੋ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਫਿਰ ਕਲੋਜ਼ ਕਰਕੇ ਦੱਸਣ ਭਗਵਾਨ ਭੋਲੇਨਾਥ ਜੀ ਦੇ ਦਰਸ਼ਨ ਕਰਾਉਣ। ਔਰ ਇਸ ਤੋਂ ਬਾਅਦ ਅਸੀਂ ਤੁਹਾਨੂੰ ਇੱਥੇ ਜਿਹੜੀ ਵਿਸ਼ਾਲ ਆਰਤੀ ਹੁੰਦੀ ਹੈ ਸ਼ਾਮ ਦੀ, ਉਹ ਸ਼ਾਮ ਦੀ ਆਰਤੀ ਤੁਹਾਨੂੰ ਦਰਸ਼ਨ ਕਰਾਵਾਂਗੇ। ਬਹੁਤ ਹੀ ਸੁੰਦਰ ਤਰੀਕੇ ਨਾਲ ਆਰਤੀ ਕੀਤੀ ਜਾਂਦੀ ਆ। ਸੋ ਉਹਦੇ ਵੀ ਤੁਹਾਨੂੰ ਦਰਸ਼ਨ ਕਰਾਉਣੇ ਆ। ਸੋ ਅਸੀਂ ਹੁਣ ਤੁਹਾਨੂੰ 11 ਰੁਦਰ शिवालय ਜਿਹੜਾ ਵਾ ਗੁਰਦਾਸਪੁਰ ਤਿਬੜੀ ਰੋਡ 'ਤੇ ਜਿਹੜਾ ਮੰਦਿਰ ਸਥਿਤ ਹੈ ਉਹਦੇ ਦਰਸ਼ਨ ਕਰਾ ਰਹੇ ਹਾਂ ਜੀ।
11 रुद्र शिवालय मंदिर के तुहानूं दर्शन करा रहे सी और बहुत ही सुंदर और पवित्र मंदिर है जी। पंडित जी मंदिर के बिल्कुल जिहड़ा वा नंदी महाराज दी भी स्थापित ने। हाँ, जैसे आप 11 रुद्र शिवाला मंदिर में पूजन किए, जिस तरह की सर्वप्रथम गणेश जी का पूजन अनिवार्य है, उसी तरह भगवान भोले भंडारी 11 रुद्र शिवलिंग का पूजन करने के बाद आप जो हैं इस नंदी का भी पूजन अवश्य अनिवार्य है। मतलब ये पूजन भी करना अनिवार्य है, जिस तरह सर्वप्रथम गणेश जी का, उसके बाद ये नंदी महाराज का भी पूजन करना अनिवार्य है। ठीक है। अच्छा, ये पूरे स्थान का नाम बता दीजिए एक बार। हाँ, इस मंदिर का पूरे स्थान का नाम है 11 रुद्र शिवाला मंदिर, तिवड़ी रोड, गुरदासपुर, और श्री अमरगिरी संन्यास आश्रम। बिल्कुल जी बिल्कुल। सो असी देखो एक ਤੁਹਾਨੂੰ ਅੱਗੇ ਵੀ ਦੱਸ ਰਹੇ ਵੀ ਇੱਕ ਮੁਹਿੰਮ ਸਾਡੀ ਸੀ, ਇੱਕ ਲਕਸ਼ ਲੈ ਕੇ ਚੱਲੇ ਸੀ ਵੀ ਗੁਰਦਾਸਪੁਰ ਦੇ ਜਿੰਨੇ ਵੀ ਇਤਿਹਾਸਿਕ ਮੰਦਿਰ ਹੈ ਤੁਹਾਨੂੰ ਉਹਦੇ ਦਰਸ਼ਨ ਕਰਾਵਾਂਗੇ, ਰੂਬਰੂ ਕਰਾਵਾਂਗੇ। ਸੋ ਇਸੇ ਕੜੀ ਤਹਿਤ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਗੁਰਦਾਸਪੁਰ ਦੇ ਤਿਬੜੀ ਰੋਡ ਤੇ ਸ਼੍ਰੀ 11 ਰੁद्र ਮਹਾਸ਼ਿਵਾਲय 'ਚ। ਸੋ ਇਹਦੇ ਦਰਸ਼ਨ ਕਰਾਏ ਆ। ਇਸ ਤੋਂ ਬਾਅਦ ਅਸੀਂ ਇੱਕ ਹੋਰ ਮੰਦਿਰ ਦੇਖਾਂਗੇ, ਨਵੇਂ ਮੰਦਿਰ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦਾਸਪੁਰ ਦੇ। ਔਰ ਅਸੀਂ ਇੱਕ ਬੇਨਤੀ ਵੀ ਕਰਦੇ ਹਾਂ, ਜੇਕਰ ਤੁਹਾਡੇ ਆਲੇ ਦੁਆਲੇ ਕੋਈ ਵੀ ਇਤਿਹਾਸਿਕ ਸਥਾਨ ਹੈਗਾ ਵਾ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰੋ, ਸਾਡੇ ਨੰਬਰ ਥੱਲੇ ਦਿੱਤੇ ਆ, ਸਾਡੇ ਨਾਲ ਸੰਪਰਕ ਕਰੋ। ਅਸੀਂ ਉਸ ਮੰਦਿਰ ਨੂੰ ਆਪਣੇ ਚੈਨਲ ਤੇ ਜ਼ਰੂਰ ਦਿਖਾਵਾਂਗੇ ਜੀ। ਸੋ ਗੁਰਦਾਸਪੁਰ ਤੋਂ ਵਿਜੇ ਸ਼ਰਮਾ ਦੇ ਨਾਲ ਰਾਜੀਵ ਬਾਬਾ ਦੀ ਵਿਸ਼ੇਸ਼ ਰਿਪੋਰਟ।